ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾ। ਚੌਪਦੇ ਘਰ ਪਹਿਲਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ। ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੀ ਜੀਓ ਕੋਲ ਕਮਾਈ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੀ ਜੀਓ ਕੋਲ ਕਮਾਈ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਮਾਝ ਰਾਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚੌਪਦੇ ਰੂਪ ਸ਼ਬਦ ਆਰੰਭ ਹੁੰਦੇ ਹਨ। ਘਰ ਪਹਿਲਾ, ਜਿਨ੍ਹਾਂ ਨੂੰ ਰਾਗੀ ਜਥੇ ਨੂੰ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਹੈ। ਇਹ ਸ਼ਬਦ ਦੀ ਜੋ ਉਥਾਨਕਾ ਹੈ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੰਗ ਲਾ ਰਹੇ ਸਨ, ਸੰਗਤਾਂ ਨੂੰ ਉਤਾਰ ਰਹੇ ਸਨ, ਵਿਰਾਜਮਾਨ ਸਨ। ਤੇ ਇੱਕ ਦਿਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਏ ਦਾ ਪੁੱਤਰ ਸਹਾਰੀ ਮੱਲ ਆਉਂਦਾ ਹੈ, ਨਮਸਕਾਰ ਕਰਦਾ ਹੈ, ਬੇਨਤੀ ਕਰਦਾ ਹੈ, ਮਹਾਰਾਜ ਕਿਰਪਾ ਕਰੋ, ਤੁਹਾਡੇ ਭਤੀਜੇ ਦਾ ਮਤਲਬ ਮੇਰੇ ਪੁੱਤਰ ਦਾ ਵਿਆਹ ਹੈ, ਸ਼ਾਦੀ ਹੈ, ਤੇ ਆਪ ਜੀ ਵਿਆਹ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਭਾਈ ਸਾਹਿਬ ਤੁਹਾਡਾ ਸੱਦਾ ਤਾਂ ਪ੍ਰਵਾਨ ਹੈ, ਪਰ ਸਾਡਾ ਵਿਆਹ ਵੀ ਜਾਣਾ ਮੁਸ਼ਕਿਲ ਹੈ। ਕਿਉਂ? ਇੱਕ ਤਾਂ ਇੱਧਰ ਸੰਗਤ ਬਹੁਤ ਜੁੜੀ ਹੋਈ ਹੈ। ਜੇ ਉੱਧਰ ਅਸੀਂ ਚਲੇ ਜਾਂਦੇ ਹਾਂ ਤੇ ਸਾਰੀ ਸੰਗਤ ਨਾਲ ਜਾਵੇਗੀ। ਜੇ ਸਾਰੀ ਸੰਗਤ ਮੇਰੇ ਨਾਲ ਉੱਥੇ ਆ ਗਈ ਵਿਆਹ ਵਿੱਚ ਤਾਂ ਫਿਰ ਸੰਗਤ ਨੂੰ ਸੰਭਾਲਣਾ ਔਖਾ ਹੋ ਜਾਵੇਗਾ, ਇੰਤਜ਼ਾਮ ਕਰਨਾ ਮੁਸ਼ਕਲ ਹੋ ਜਾਵੇਗਾ। ਦੂਸਰਾ, ਧੰਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਦਾਸ ਦੇ ਸਮੇਂ ਤੱਕ ਗੁਰੂ ਘਰ ਤੋਂ ਵਰਸਾਏ ਹੋਏ ਮਹਾਨ ਘਾਲਣਾ ਵਾਲੇ ਪ੍ਰੇਮੀ ਗੁਰਸਿੱਖ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਅੰਮ੍ਰਿਤਸਰ ਸਾਹਿਬ ਵਸਾ ਰਹੇ ਹਾਂ, ਉਹ ਦਰਸ਼ਨਾਂ ਵਾਸਤੇ ਰੋਜ਼ ਨਵੀਆਂ ਸੰਗਤਾਂ ਆਉਂਦੀਆਂ। ਉਹਨਾਂ ਦੀ ਨਿਰਾਦਰੀ ਹੋਵੇਗੀ ਜਦ ਅਸੀਂ ਉਹਨਾਂ ਨੂੰ ਨਾ ਮਿਲੇ, ਉਹ ਨਿਰਾਸ਼ ਹੋ ਕੇ ਮੁੜਨਗੇ। ਇਸ ਕਰਕੇ ਸਾਡਾ ਵਿਆਹ ਵੀ ਜਾਣਾ ਮੁਸ਼ਕਲ ਹੈ। ਤਾਂ ਸਹਾਰੀ ਮੱਲ ਕਹਿਣ ਲੱਗਿਆ, ਮਹਾਰਾਜ ਜੇ ਐਸੀ ਗੱਲ ਹੈ ਤੇ ਆਪਣੇ ਪਰਿਵਾਰ ਨੂੰ ਭੇਜ ਦਿਓ, ਜਾਂ ਪਰਿਵਾਰ ਵਿੱਚੋਂ ਕਿਸੇ ਪੁੱਤਰ ਦੀ ਡਿਊਟੀ ਲਾਓ, ਵਿਆਹ ਵਿੱਚ ਤਾਂ ਜ਼ਰੂਰ ਕੋਈ ਹੋਣਾ ਚਾਹੀਦਾ। ਤਾਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਵਿੱਚੋਂ ਵਿਆਹ ਵਿੱਚ ਭੇਜਣ ਵਾਸਤੇ ਸਲਾਹ ਕੀਤੀ, ਤੇ ਨਾਲ ਹੀ ਪਰਖ ਵੀ ਹੋ ਜਾਵੇਗੀ ਕਿ ਕਿਹੜਾ ਪੁੱਤਰ ਮੇਰਾ ਬਚਨ ਮੰਨਦਾ ਹੈ। ਤਾਂ ਮਹਾਰਾਜ ਜੀ ਨੇ 1620 ਬਿਕਰਮੀ ਸਪਤਮੀ ਵਿਸਾਖ ਵਿੱਚ ਅਵਤਾਰ ਧਾਰਨ ਕੀਤਾ ਸੀ।
ਗੁਰੂ ਅਰਜਨ ਦੇਵ ਜੀ ਦਾ ਜੋ ਜਨਮ ਹੋਇਆ 1620 ਵਿੱਚ ਹੋਇਆ, ਇਸੇ ਤਰ੍ਹਾਂ ਹੀ ਉਹਨਾਂ ਦਾ ਉਸ ਤੋਂ ਵੱਡਾ ਪੁੱਤਰ ਮਹਾਦੇਵ 1615 ਵਿੱਚ ਹੋਇਆ ਅਤੇ ਪ੍ਰਿਥੀ ਚੰਦ ਜਿਹੜਾ ਸੀ ਗੁਰੂ ਪਿਆਰਿਓ 1615 ਤੇ ਮਹਾਦੇਵ 1618 ਤੇ ਗੁਰੂ ਅਰਜਨ ਦੇਵ ਜੀ 1620 ਵਿੱਚ ਹੋਏ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਹਿਲਾਂ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਕਿਹਾ ਕਿ ਪੁੱਤਰ, ਤੇਰੇ ਤਾਏ ਦੇ ਪੁੱਤਰ ਦਾ ਵਿਆਹ ਹੈ ਤੇ ਤੂੰ ਵਿਆਹ ਵਿੱਚ ਚਲਿਆ ਜਾ। ਤਾਂ ਉਸ ਵੇਲੇ ਪ੍ਰਿਥੀ ਚੰਦ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਮਹਾਰਾਜ, ਕੌਣ ਤਾਇਆ ਕੌਣ ਚਾਚਾ ਮੈਂ ਤਾਂ ਨਹੀਂ ਵਿਆਹ ਵਿੱਚ ਜਾਂਦਾ। ਤੁਹਾਨੂੰ ਪਤਾ ਹੈ ਕਿ ਮੈਂ ਸਾਰਾ ਗੁਰੂ ਘਰ ਦਾ ਪ੍ਰਬੰਧ ਸੰਭਾਲਦਾ ਹਾਂ। ਉਹਨੂੰ ਇਹ ਖਿਆਲ ਸੀ ਕਿ ਸ਼ਾਇਦ ਗੁਰੂ ਘਰ ਮੈਂ ਹੀ ਚਲਾ ਰਿਹਾ, ਪਰ ਇਹਦੇ ਨਾਲ ਨਾਲ ਇਹ ਵੀ ਪਤਾ ਲੱਗਦਾ ਸੀ ਕਿ ਜੋ ਚੜ੍ਹਾਵਾ ਆਉਂਦਾ ਸੀ, ਜੋ ਖਜ਼ਾਨਾ ਆਉਂਦਾ ਸੀ, ਜੋ ਮਾਇਆ ਆਉਂਦੀ ਸੀ, ਉਹਦੇ ਵਿੱਚੋਂ ਇਹ ਕੁੰਡੀ ਵੀ ਲਾਉਂਦਾ ਸੀ। ਅੱਧੀ ਮਾਇਆ ਰੱਖ ਲੈਂਦਾ, ਅੱਧੀ ਲੰਗਰ 'ਤੇ ਲਾ ਦਿੰਦਾ। ਔਰ ਇਸ ਕਰਕੇ ਮੋਹ ਮਾਇਆ ਦਾ ਵੀ ਲਾਲਚ ਸੀ ਇਸ ਨੂੰ, ਕਿਤੇ ਮੈਂ ਚਲਿਆ ਗਿਆ ਤੇ ਪ੍ਰਬੰਧ ਕੋਈ ਹੋਰ ਸਾਂਭ ਲਵੇਗਾ। ਇਹ ਕਹਿੰਦਾ ਮੈਂ ਸੰਗਤਾਂ ਦਾ ਸੰਭਾਲ ਕਰਦਾ, ਪ੍ਰਬੰਧ ਕਰਦਾ, ਗੁਰੂ ਘਰ ਦਾ ਲੰਗਰ ਚਲਾਉਣਾ, ਕਿਸੇ ਹੋਰ ਸਿੱਖ ਦੀ ਡਿਊਟੀ ਲਾ ਦਿਓ, ਮੈਂ ਤਾਂ ਵਿਆਹ ਵਿੱਚ ਨਹੀਂ ਜਾ ਸਕਦਾ। ਗੁਰੂ ਸਾਹਿਬ ਨੇ ਜਵਾਬ ਦੇ ਦਿੱਤਾ ਸਾਫ਼। ਸਤਿਗੁਰਾਂ ਨੇ ਇਹ ਵਚਨ 3 ਵਾਰੀ ਕੀਤਾ, ਪਰੰਤੂ ਨੀਵੀਂ ਪਾ ਕੇ ਸੰਗਤ ਵਿੱਚ ਬੈਠਾ ਰਿਹਾ। ਫਿਰ ਸਤਿਗੁਰਾਂ ਨੇ ਦੂਸਰੇ ਪੁੱਤਰ ਮਹਾਦੇਵ ਨੂੰ ਇਹੀ ਵਚਨ ਕੀਤਾ, ਤੇਰੇ ਤਾਇਆ ਸਹਾਰੀ ਮੱਲ ਆਏ ਨੇ, ਇਹਨਾਂ ਦੇ ਨਾਲ ਜਾਣਾ ਕਰੋ, ਉੱਥੇ ਜਾ ਕੇ ਵਿਆਹ ਦੇ ਕਾਰਜ ਵਿੱਚ ਹੱਥ ਵਟਾਓ। ਤਾਂ ਮਹਾਦੇਵ ਮਸਤਾਨੇ ਸੁਭਾਅ ਦਾ ਸੀ। ਤਾਂ ਸਤਿਗੁਰੂ ਬਹੁਤ ਹੱਸੇ, ਕਿਉਂਕਿ ਇੱਕ ਵਾਰੀ ਇਹਨਾਂ ਨੂੰ ਮੱਝਾਂ ਲਿਆਉਣ ਨੂੰ ਕਿਹਾ ਤੇ ਕੁਝ ਹੋਰ ਹੀ ਲਿਆਇਆ। ਮਸਤਾਨੇ ਸੁਭਾਅ ਦਾ ਸੀ। ਤੇ ਅੱਜ ਵੀ ਜਦ ਕਿਹਾ ਕਿ ਵਿਆਹ ਵਿੱਚ ਚਲੇ ਜਾਓ, ਤੇ ਮਹਾਦੇਵ ਨੇ ਉਸੇ ਮਸਤੀ 'ਚ ਕਹਿ ਦਿੱਤਾ, ਜੀ ਕੌਣ ਚਾਚਾ ਕੌਣ ਤਾਇਆ, ਇੱਥੇ ਕੋਈ ਕਿਸੇ ਦਾ ਨਹੀਂ, ਕੀ ਵਿਆਹਾਂ ਤੋਂ ਲੈਣਾ, ਅਸੀਂ ਤਾਂ ਇੱਥੇ ਹੀ ਚੰਗੇ ਹਾਂ। ਤੇ ਫਿਰ ਉਹਨਾਂ ਨੇ ਆਪਣੇ ਛੋਟੇ ਪੁੱਤਰ ਭਾਵ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਪੁੱਤਰ ਤੂੰ ਚਲਿਆ ਜਾ, ਤੇਰਾ ਤਾਇਆ ਆਇਆ ਲੈਣ ਵਾਸਤੇ। ਤਾਂ ਬੀਬੀ ਭਾਨੀ ਜੀ ਨੂੰ ਇਹ ਵੀ ਪਤਾ ਸੀ ਕਿ ਆਉਣ ਵਾਲੇ ਸਮੇਂ ਦਾ ਗੱਦੀ ਦਾ ਮਾਲਕ ਅਰਜਨ ਦੇਵ ਹੀ ਬਣੇਗਾ, ਕਿਉਂਕਿ ਤੀਜੇ ਪਾਤਸ਼ਾਹ ਅਮਰਦਾਸ ਜੀ ਨੇ ਵੀ ਬਚਨ ਕਰਤੇ ਸੀ, ਦੋਹਤਾ ਬਾਣੀ ਕਾ ਬੋਹਥਾ। ਤੇ ਕਹਿਣ ਲੱਗੇ, ਜਿਸ ਵੇਲੇ ਪਲੰਘੇ 'ਤੇ ਚੜ੍ਹਨ ਲੱਗੇ ਸਨ, ਛੋਟੀ ਉਮਰ ਦੇ ਵਿੱਚ ਰੁੜਦੇ ਹੋਏ ਖੇਡਦੇ ਹੋਏ, ਸਰੀਰ 'ਤੇ ਰੇਤਾ ਮਿੱਟੀ ਲੱਗਿਆ ਸੀ ਖੇਡਦਿਆਂ ਦੇ, ਭੱਜ ਕੇ ਬੀਬੀ ਭਾਨੀ ਚੱਕਣ ਲੱਗੀ ਸੀ। ਉਸ ਵੇਲੇ ਅਮਰਦਾਸ ਜੀ ਨੇ ਫੜ ਲਿਆ ਸੀ, ਕੋਈ ਗੱਲ ਨਹੀਂ ਬੇਟੇ, ਕੋਈ ਗੱਲ ਨਹੀਂ, ਆ ਜਾਣ ਦਿਓ। ਤੇ ਹੱਥਾਂ ਵਿੱਚ ਤੋਲਦੇ ਹੋਏ ਕਹਿਣ ਲੱਗੇ, ਇਹ ਤਾਂ ਵੱਡਾ ਗੁਰੂ ਹੈ, ਭਾਰੀ ਗੁਰੂ ਹੈ, ਦੋਹਤਾ ਬਾਣੀ ਕਾ ਬੋਹਥਾ। ਤੇ ਨਾਲ ਕਹਿਣ ਲੱਗੇ, ਹਜੇ ਪਲੰਘੇ 'ਤੇ ਬੈਠਣ ਦੀ ਤੇਰੇ ਪਿਤਾ ਦੀ ਵਾਰੀ ਹੈ,
ਇਹ ਗੁਰਤਾ ਗੱਦੀ ਤੂੰ ਆਪਣੇ ਪਿਤਾ ਤੋਂ ਲੈਣੀ ਹੈ। ਇਉਂ ਬੀਬੀ ਭਾਨੀ ਨੇ ਬਚਨ ਸੁਣੇ ਤੇ ਸਮਝੋ ਕਿ ਆਉਣ ਵਾਲੇ ਸਮੇਂ ਦਾ ਮਾਲਕ ਗੁਰੂ ਅਰਜਨ ਦੇਵ ਹੋਵੇਗਾ। ਇਹ ਗੱਲ ਬੀਬੀ ਭਾਨੀ ਨੂੰ ਪਤਾ ਸੀ। ਅੱਜ ਜਦੋਂ ਪ੍ਰਿਥੀ ਚੰਦ ਨੇ ਵੀ ਜਵਾਬ ਦੇਤਾ, ਮਹਾਦੇਵ ਨੇ ਵੀ ਜਵਾਬ ਦੇਤਾ ਵਿਆਹ ਵਿੱਚ ਜਾਣ ਤੋਂ, ਤੇ ਬੀਬੀ ਭਾਨੀ ਨੇ ਆਪਣੇ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਸਮਝਾਇਆ, ਪੁੱਤਰ ਤੂੰ ਜਵਾਬ ਨਾ ਦੇਈਂ। ਪਿਤਾ ਦੀ ਗੱਲ ਮੰਨੀ ਦੀ ਹੁੰਦੀ ਹੈ, ਪਿਤਾ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ। ਜੇ ਤੈਨੂੰ ਕਹੇ ਤਾਂ ਤੂੰ ਜ਼ਰੂਰ ਸਤ ਬਚਨ ਕਹਿ ਕੇ ਵਿਆਹ ਵਿੱਚ ਚਲੇ ਜਾਣਾ। ਤੇ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਬੁਲਾਇਆ ਤਾਂ ਉਹਨਾਂ ਦੇ ਪਾਸ ਆ ਕੇ ਸਭ ਤੋਂ ਪਹਿਲਾਂ ਨਮਸਕਾਰ ਕੀਤੀ, ਹੱਥ ਜੋੜ ਕੇ ਖੜੇ ਹੋ ਗਏ। ਪੁੱਛਿਆ, ਪਿਤਾ ਜੀ ਕੀ ਹੁਕਮ ਹੈ? ਤਾਂ ਪਾਤਸ਼ਾਹ ਕਹਿਣ ਲੱਗੇ, ਪੁੱਤਰ ਲਾਹੌਰ ਜਾਣਾ ਹੈ, ਤੇਰੇ ਤਾਏ ਦੇ ਪੁੱਤਰ ਦਾ ਵਿਆਹ ਹੈ ਤੇ ਤੂੰ ਵਿਆਹ ਵਿੱਚ ਚਲਿਆ ਜਾ। ਸ਼ਾਦੀ ਦਾ ਕਾਰਜ ਸੰਪੂਰਨ ਕਰਵਾ ਕੇ ਆਓ ਤੇ ਜਦ ਵਿਆਹ ਨਿਪਟ ਜਾਵੇ, ਵਿਆਹ ਸੰਪੂਰਨ ਹੋ ਜਾਵੇ, ਫਿਰ ਤੂੰ ਆਪਣੇ ਜੋ ਲਾਹੌਰ ਵਾਲਾ ਘਰ ਹੈ ਉੱਥੇ ਬੈਠ ਕੇ ਸਤਸੰਗ ਕਰਨੀ ਹੈ। ਇੱਕ ਹੋਰ ਸੁਣ ਲਾ, ਜਿੰਨਾ ਚਿਰ ਅਸੀਂ ਵਾਪਸ ਸੱਦੀਏ ਨਾ ਓਨਾ ਚਿਰ ਵਾਪਸ ਨਹੀਂ ਆਉਣਾ। ਉੱਥੇ ਹੀ ਰਹਿਣਾ ਹੈ ਵਿਆਹ ਤੋਂ ਬਾਅਦ ਵੀ। ਉੱਥੇ ਹੀ ਸਿੱਖ ਸੰਗਤਾਂ ਦੇ ਨਾਲ ਚੂਨਾ ਮੰਡੀ ਲਾਹੌਰ ਵਾਲੇ ਆਪਣੇ ਘਰ ਵਿੱਚ ਰਹਿ ਕਰਕੇ ਉਹਨੂੰ ਧਰਮਸ਼ਾਲਾ ਦਾ ਰੂਪ ਦੇਣਾ ਤੇ ਉੱਥੇ ਬਹਿ ਕੇ ਹੀ ਤੁਸੀਂ ਪ੍ਰਚਾਰ ਕਰਨਾ, ਸਿੱਖੀ ਦੀ ਸਤਸੰਗ ਕਰਨੀ। ਜਿੰਨੀ ਦੇਰ ਤੱਕ ਅਸੀਂ ਸੱਦੀਏ ਨਾ ਓਨਾ ਚਿਰ ਵਾਪਸ ਨਹੀਂ ਆਉਣਾ। ਤੇ ਸਤ ਬਚਨ ਕਹਿ ਕੇ ਕਹਿੰਦੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਚਲੇ ਗਏ, ਵਿਆਹ ਦੇ ਵਿੱਚ ਗਏ। ਉਦੋਂ ਵਿਆਹਾਂ 'ਤੇ ਵੀ ਮਹੀਨਾ ਮਹੀਨਾ ਲੱਗ ਜਾਇਆ ਕਰਦਾ ਸੀ। ਤਾਂ ਗੁਰੂ ਪਿਆਰਿਓ, ਜਿਸ ਵੇਲੇ ਮਹੀਨਾ ਤਾਂ ਉਹ ਵਿਆਹ 'ਚ ਬਤੀਤ ਹੋਇਆ ਤੇ ਫਿਰ ਉੱਥੇ ਬਹਿ ਕੇ ਚੂਨਾ ਮੰਡੀ ਲਾਹੌਰ ਵਾਲੇ ਘਰ ਵਿੱਚ ਸਤਸੰਗ ਕਰਨ ਲੱਗੇ। ਹੁਣ ਇੱਧਰ ਗੁਰੂ ਪਿਤਾ ਦੀ ਯਾਦ ਆਉਂਦੀ ਹੈ। ਵਾਪਸ ਆਉਣ ਨੂੰ ਜੀ ਤਾਂ ਕਰਦਾ, ਪਰ ਜਾਂਦੇ ਹੋਇਆਂ ਨੂੰ ਕਹਿ ਦਿੱਤਾ ਪਿਤਾ ਜੀ ਨੇ ਕਿ ਜਿੰਨਾ ਚਿਰ ਅਸੀਂ ਸੱਦੀਏ ਨਾ ਓਨਾ ਚਿਰ ਵਾਪਸ ਨਹੀਂ ਆਉਣਾ। ਤੋ ਅੰਦਰ ਵਿਰਾਗ ਪੈਦਾ ਹੋ ਗਿਆ ਹੁਣ ਮਿਲਣ ਵਾਸਤੇ। ਮਾਨੋ ਸਤਿਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਸਿੱਖੀ ਵਾਸਤੇ ਪਕਾ ਰਹੇ ਆ, ਤਿਆਰ ਕਰ ਰਹੇ ਆ ਗੁਰਤਾ ਗੱਦੀ ਵਾਸਤੇ। ਬਾਬਾ ਫਰੀਦ ਜੀ ਕਹਿੰਦੇ, ਜਿਸ ਹਿਰਦੇ ਵਿੱਚ ਵਿਰਾਗ ਪੈਦਾ ਨਾ ਹੋਵੇ ਉਹ ਹਿਰਦਾ ਵੀ ਸ਼ਮਸ਼ਾਨ ਘਾਟ ਵਰਗਾ ਹੀ ਆ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ। ਇਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਰਾਗ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਬਚਨ ਉਚਾਰਨੇ ਸ਼ੁਰੂ ਕੀਤੇ। ਉਹਨਾਂ ਦੇ ਅੰਦਰੋਂ ਗੁਰਬਾਣੀ ਚੱਲ ਪਈ ਹੌਲੀ ਹੌਲੀ। ਜਿਵੇਂ ਕਿ ਉਹਨਾਂ ਦਾ ਸੋਠ ਰਾਗ ਦਾ ਬਚਨ ਹੈ, ਦਹਿ ਦਿਸ ਛਤਰ ਮੇਘ ਘਟਾ ਕੱਢ ਦਾਮਣ ਚਮਕ ਡਰਾਇਓ, ਚਾਰ ਛਪੇਰੇ ਬੱਦਲ ਆ ਗਏ ਹਨ ਬਿਜਲੀ ਚਮਕਦੀ ਹੈ, ਸੇਜ ਅਕੇਲੀ ਨੀਂਦ ਨਹੁ ਨੈਣੋ, ਮੈਂ ਛੇਜਾ ਵਿੱਚ ਘਰ ਵਿੱਚ ਇਕੱਲੀ ਹਾਂ, ਮੇਰਾ ਮਾਲਕ ਮੇਰੇ ਕੋਲ ਨਹੀਂ ਹੈ, ਮੈਨੂੰ ਨੀਂਦ ਨਹੀਂ ਆਉਂਦੀ। ਫਿਰ ਪਰਦੇਸ ਸਿਧਾਇਓ, ਹੁਣ ਨਹੀਂ ਸੰਦੇਸਰੋ ਮਾਇਓ, ਹੁਣ ਉਹ ਸੁਨੇਹਾ ਆ ਜਾਵੇ ਮੈਨੂੰ ਮਾਲਕ ਮੇਰਾ ਪਤੀ ਮਿਲ ਪਵੇ ਬੁਲਾ ਲਵੇ। ਇੱਧਰ ਗੁਰੂ ਅਰਜਨ ਦੇਵ ਜੀ ਦਾ ਮਾਲਕ ਪਤੀ ਪਿਤਾ ਜਿਹੜਾ ਹੈ, ਗੁਰੂ ਜਿਹੜਾ ਹੈ ਉਹ ਗੁਰੂ ਰਾਮਦਾਸ ਮਹਾਰਾਜ ਜੀ ਸਭ ਕੁਝ ਹਨ।
इस करके हुण इन्हां दा लाहौर विच चित्त नहीं लगदा। जी करदा है गुरु पिता दे चरनां विच जावां, पर इधर गुरु पिता बुला नहीं रहे। हुण नहीं संदेसरो मायो, एक केसरो सिद्ध करत लाभ, तब चतर पात्रो आयो। रहाओ। ਤਾਂ ਕਹਿਣ ਲੱਗੇ ਉਡੀਕਾਂ ਕਰਦੇ ਆ, ਚਿੱਠੀ ਆਉਂਦੀ ਹੈ। ਚਿੱਠੀ ਨੂੰ ਲੈ ਕੇ ਵੀ ਕੋਈ ਇਸਤਰੀ ਆਪਣੇ ਵਿਛੜੇ ਪਤੀ ਨੂੰ ਥੋੜ੍ਹਾ ਕੋਲ ਮਹਿਸੂਸ ਕਰਦੀ ਹੈ, ਪਰ ਓਨਾ ਨਹੀਂ। ਕਿਉਂ ਵਿਸਰੈ ਇਹ ਲਾਲ ਪਿਆਰੋ, ਸਰਬ ਗੁਣਾ ਸੁਖਦਾਇਓ। ਉਹ ਮੇਰਾ ਲਾਲ ਪਿਆਰਾ, ਸਰਬ ਗੁਣਾ ਦਾ ਦਾਤਾ, ਸੁਖ ਦੇਣ ਵਾਲਾ, ਮੈਂ ਕਿਉਂ ਵਿਸਾਰਾਂ। ਮੰਦਰ ਚੜ੍ਹ ਕੇ ਪੰਥ ਨਿਹਾਰੋ, ਨੈਣ ਨੀਰ ਭਰ ਆਇਓ। ਕੋਠੇ 'ਤੇ ਚੜ੍ਹ ਚੜ੍ਹ ਕੇ ਵੀ ਦੇਖਦੀ ਹੈ, ਕਾਵਾਂ ਨੂੰ ਵੀ ਉਡਾਉਂਦੀ ਹੈ, ਕਿਸੇ ਪਾਸਿਓਂ ਮੇਰਾ ਮਾਲਕ ਆ ਜਾਵੇ। ਜਿਸ ਤਰ੍ਹਾਂ ਕਿਸੇ ਇਸਤਰੀ ਦੀ ਆਪਣੇ ਪਤੀ ਨਾਲੋਂ ਵਿਛੜ ਕੇ ਹਾਲਤ ਹੁੰਦੀ ਹੈ, ਐਸੀ ਹਾਲਤ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੋ ਗਈ। ਜਿਸ ਵੇਲੇ ਐਸੀ ਹਾਲਤ ਹੋਈ, ਕਈ ਦਿਨ ਉਡੀਕਦਿਆਂ ਲੰਘ ਗਏ। ਪਿਤਾ ਦੀ ਆਗਿਆ ਤੋਂ ਬਗੈਰ ਲਾਹੌਰ ਤੋਂ ਵਾਪਸ ਨਹੀਂ ਆ ਸਕਦੇ, ਔਰ ਵਿਛੋੜਾ ਜਿਹੜਾ ਹੈ ਉੱਥੇ ਰਹਿਣ ਨਹੀਂ ਦਿੰਦਾ। ਇੰਨੀ ਬੇਬਲਤਾ, ਵਿਛੋੜੇ ਦਾ ਦਰਦ ਵੱਧ ਗਿਆ ਹੈ। ਮਿਲਾਪ ਦੇ ਲਈ ਤਰਦਾ ਕਰਦੇ ਆ, ਬੇਨਤੀਆਂ ਕਰਦੇ ਆ, ਪਰ ਇੱਕ ਦਿਨ ਹੱਥ ਵਿੱਚ ਕਾਗਜ਼ ਤੇ ਕਲਮ ਲਿਆ ਔਰ ਕਹਿੰਦੇ ਕਾਗਜ਼ ਲਿਆ, ਕਾਗਜ਼ ਉੱਤੇ ਇੱਕ ਪਪੀਹੇ ਦੀ ਫੋਟੋ ਬਣਾਈ ਹੈ। ਛੋਟਾ ਜਿਹਾ ਜਾਨਵਰ ਹੈ, ਚਿੜੀ ਤੋਂ ਵੀ ਛੋਟਾ, ਪਪੀਹਾ ਕਹਿੰਦੇ ਆ ਉਸ ਨੂੰ। ਪਪੀਹੇ ਦੀ ਫੋਟੋ ਬਣਾਈ ਛੋਟੀ ਜੀ, ਔਰ ਉਹਦਾ ਮੂੰਹ ਉੱਪਰ ਚੱਕ ਕੇ ਉੱਤੋਂ ਡਿੱਗਦੀ ਬੂੰਦ ਵਿਖਾਈ ਆ। ਤੇ ਉੱਤੇ ਉਸ ਚਿੱਠੀ ਦੇ ਇੱਕ ਸ਼ਬਦ ਲਿਖਦੇ ਹਨ, ਜਿਸ ਨੂੰ ਅਸੀਂ ਨਿਤਨੇਮ ਵਿੱਚ ਸ਼ਬਦ ਹਜ਼ਾਰੇ ਕਹਿੰਦੇ ਹਾਂ। ਸ਼ਬਦ ਹਜ਼ਾਰੇ ਦਾ ਮਤਲਬ ਕੋਈ ਮੁੱਲ ਨਹੀਂ ਹੈ ਇਸ ਬਾਣੀ ਦਾ, ਇੰਨੀ ਕੀਮਤੀ ਹੈ। ਤੋ ਸ਼ਬਦ ਹਜ਼ਾਰੇ ਬਾਣੀ ਉਚਾਰਨ ਕਰਦੇ ਹਨ। ਮਾਝ ਮਹੱਲਾ ਪੰਜਵਾ, ਚੌਪ ਦੇ ਘਰ ਪਹਿਲਾ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਚਿੱਠੀ ਲਿਖਦੇ ਹਨ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਕੋਲੇ ਪਪੀਹਾ ਬਣਾਤਾ ਨਿੱਕਾ ਜਿਹਾ, ਜਿਵੇਂ ਪਪੀਹਾ ਪਾਣੀ ਦੀ ਬੂੰਦ ਨੂੰ ਤਰਸਦਾ ਹੈ। ਮਾਲਕੋ, ਮੈਂ ਤੁਹਾਡੇ ਦਰਸ਼ਨਾਂ ਨੂੰ ਤਰਸਦਾ ਹਾਂ, ਕਿਰਪਾ ਕਰੋ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਓਨਾ ਚਿਰ ਮੇਰੇ ਮਨ ਨੂੰ ਹੁਣ ਸ਼ਾਂਤੀ ਨਹੀਂ ਆ ਸਕਦੀ, ਜਿੰਨਾ ਚਿਰ ਦਰਸ਼ਨਾਂ ਦੀ ਪਿਆਸ ਬੁਝਦੀ ਨਹੀਂ। ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੇ ਪਰਮੇਸ਼ਰ ਦੇ ਪਿਆਰੇ ਸੰਤ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚਿੱਠੀ ਲਿਖਦੇ ਨੇ, ਆਉਣ ਦੀ ਆਗਿਆ ਮੰਗਦੇ ਆ। ਹਉ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਹੇ ਪਰਮੇਸ਼ਰ ਦੇ ਪਿਆਰੇ ਸੰਤ ਸਰੂਪ ਗੁਰੂ ਪਿਤਾ ਜੀ, ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ ਹਾਂ। ਇਹ ਚਿੱਠੀ ਲਿਖੀ ਕਾਗਜ਼ 'ਤੇ, ਚਿੱਠੀ ਬੰਦ ਕੀਤੀ ਤੇ ਇੱਕ ਸਿੱਖ ਨੂੰ ਦੇ ਕਰਕੇ ਕਿਹਾ, ਜਾ ਇਹ ਸਾਡੀ ਚਿੱਠੀ ਲੈ ਕੇ ਜਾ ਭਾਈ ਲਾਹੌਰ ਅੰਮ੍ਰਿਤਸਰ। ਤੇ ਗੁਰੂ ਪਿਤਾ ਜੀ ਨੂੰ ਇਹ ਚਿੱਠੀ ਦੇ ਕੇ ਆ। ਤੇ ਜਿਸ ਵੇਲੇ ਉਹ ਸਿੱਖ ਕਹਿੰਦੇ ਚਿੱਠੀ ਲੈ ਕੇ ਪਹੁੰਚਦਾ ਹੈ ਲਾਹੌਰ ਤੋਂ ਅੰਮ੍ਰਿਤਸਰ, ਅੱਗੇ ਪ੍ਰਬੰਧਕ ਹੈ ਪ੍ਰਿਥੀ ਚੰਦ। ਜੋ ਵੀ ਬਾਹਰੋਂ ਨਵਾਂ ਬੰਦਾ ਆਉਂਦਾ ਉਹ ਪਹਿਲਾਂ ਪ੍ਰਿਥੀ ਚੰਦ ਨੂੰ ਮਿਲਦਾ, ਤੇ ਪ੍ਰਿਥੀ ਚੰਦ ਨੂੰ ਇਹ ਸਿੱਖ ਵੀ ਮਿਲਿਆ। ਪ੍ਰਿਥੀ ਚੰਦ ਦਾ ਕਿੱਥੋਂ ਆਇਆ ਭਾਈ? ਕਹਿਣ ਲੱਗਿਆ, ਮੈਂ ਲਾਹੌਰ ਤੋਂ ਆਇਆ, ਮੈਨੂੰ ਤੁਹਾਡੇ ਭਾਈ ਸਾਹਿਬ ਨੇ ਭੇਜਿਆ ਹੈ ਚਿੱਠੀ ਦੇ ਕੇ, ਗੁਰੂ ਪਿਤਾ ਨੂੰ ਚਿੱਠੀ ਦੇਣੀ ਹੈ। ਅੱਛਾ, ਦਿਖਾ ਤਾਂ ਕਿਹੜੀ ਚਿੱਠੀ ਹੈ। ਜਦ ਚਿੱਠੀ ਉਹ ਸਿੱਖ ਨੇ ਪ੍ਰਿਥੀ ਚੰਦ ਨੂੰ ਫੜਾ ਦਿੱਤੀ, ਤੇ ਪ੍ਰਿਥੀ ਚੰਦ ਨੇ ਉਹ ਜਿਹੜੀ ਚਿੱਠੀ ਸੀ ਪੜ੍ਹੀ, ਤੇ ਪੜ੍ਹ ਕੇ ਮਨ ਵਿੱਚ ਬੇਈਮਾਨੀ ਆ ਗਈ ਵੀ ਐਡਾ ਸੋਹਣਾ ਸ਼ਬਦ ਲਿਖਿਆ ਹੈ। ਜੇ ਕਿਤੇ ਗੁਰੂ ਪਿਤਾ ਨੇ ਸ਼ਬਦ ਵੇਖ ਲਿਆ, ਕਿਤੇ ਅਰਜਨ ਦੇਵ ਨੂੰ ਬੁਲਾ ਕੇ ਗੱਦੀ ਨਾ ਦੇ ਦੇਣ। ਆਪਾਂ ਚਿੱਠੀ ਦਿੰਦੇ ਹੀ ਨਹੀਂ ਗਏ, ਤੇ ਚਿੱਠੀ ਆਪਣੇ ਖੀਸੇ ਵਿੱਚ ਪਾ ਲਈ। ਸਿੱਖ ਨੂੰ ਕਹਿੰਦਾ ਵੀ ਜਲ ਪਾਣੀ ਛਕੋ, ਆਰਾਮ ਕਰੋ, ਕੋਈ ਗੱਲ ਨਹੀਂ, ਚਿੱਠੀ ਅਸੀਂ ਦੇ ਦਿਆਂਗੇ ਘਰੇ। ਪਰ ਚਿੱਠੀ ਉਹਨੇ ਦਿੱਤੀ ਨਹੀਂ ਘਰੇ।
ਇਹ ਸਿੱਖ ਫੜਾ ਕੇ ਮੁੜ ਗਿਆ। ਸਤਿਗੁਰੂ ਅਰਜਨ ਦੇਵ ਜੀ ਨੇ ਫਿਰ ਕਾਫੀ ਸਮਾਂ ਉਡੀਕ ਕੀਤੀ। ਅੱਜ ਵੀ ਸੁਨੇਹਾ ਆਇਆ, ਕੱਲ੍ਹ ਵੀ ਆਇਆ, ਪਰ ਕੋਈ ਸੁਨੇਹਾ ਨਾ ਪਹੁੰਚਿਆ। ਕਾਫੀ ਸਮੇਂ ਤੋਂ ਬਾਅਦ ਫਿਰ ਦੂਸਰਾ ਸ਼ਬਦ ਲਿਖਦੇ ਆ, ਦੂਜੀ ਚਿੱਠੀ ਲਿਖਦੇ ਨੇ, ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਤੇਰੇ ਦਰਸ਼ਨ ਬੜੇ ਸੁੰਦਰ ਹਨ, ਸੁਖ ਦੇਣ ਵਾਲੇ ਹਨ, ਤੇਰਾ ਸੁੰਦਰ ਸਰੂਪ ਬੜਾ ਸੋਹਣਾ ਹੈ। ਔਰ ਇਹ ਸੁੰਦਰ ਸਰੂਪ ਦੇ ਵਿੱਚੋਂ ਜਿਹੜੀ ਬਾਣੀ ਨਿਕਲਦੀ ਹੈ ਉਹਦਾ ਵੀ ਕੋਈ ਅੰਤ ਨਹੀਂ। ਸਹਿਜ ਧੁਨ ਬਾਣੀ, ਜਿਹੜੀ ਸਹਿਜ ਅਵਸਥਾ ਨੂੰ ਦੇਣ ਵਾਲੀ ਪਵਿੱਤਰ ਬਾਣੀ ਤੁਸੀਂ ਉਚਾਰਦੇ ਹੋ, ਉਹਦਾ ਵੀ ਕੋਈ ਅੰਤ ਨਹੀਂ। ਪਰ ਮੈਂ ਕੀ ਕਰਾਂ, ਚਿਰ ਹੋਵਾ ਦੇਖੈ ਸਾਰਗ ਪਾਣੀ। ਮੈਨੂੰ ਬਹੁਤ ਲੰਬਾ ਸਮਾਂ ਹੋ ਗਿਆ, ਤੁਹਾਡੇ ਦਰਸ਼ਨ ਨਹੀਂ ਹੋਏ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਹੈ ਉਹ ਦੇਸ਼ ਅੰਮ੍ਰਿਤਸਰ। ਚੱਕ ਰਾਮਦਾਸਪੁਰ ਜਿਸ ਦਾ ਪਹਿਲਾ ਨਾਮ ਸੀ, ਪਹਿਲਾ ਨਾਮ ਸੀ ਇਸ ਦਾ ਗੁਰੂ ਕਾ ਚੱਕ। ਫਿਰ ਨਾਮ ਰੱਖਤਾ ਚੱਕ ਰਾਮਦਾਸਪੁਰ। ਫਿਰ ਅੰਮ੍ਰਿਤਸਰ ਬਣ ਗਿਆ ਨਾਮ ਇਸ ਦਾ ਜਦੋਂ ਅੰਮ੍ਰਿਤ ਸਰੋਵਰ ਪ੍ਰਗਟ ਹੋ ਗਿਆ। ਤੋ ਖੈਰ ਧਨ ਹੈ ਉਹ ਦੇਸ਼ ਜਿੱਥੇ ਮਾਲਕਾ ਤੂੰ ਰਹਿੰਦਾ ਹੈ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਮੇਰੇ ਸਤਿਗੁਰੂ, ਮੇਰੇ ਮਿੱਤਰਾ, ਮੇਰੇ ਸੱਜਣਾ, ਮੇਰੇ ਪਿਤਾ, ਮੇਰੇ ਗੁਰੂ। ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਤਾਂ ਇਹ ਦੂਸਰੀ ਚਿੱਠੀ ਲਿਖ ਕੇ ਬੰਦ ਕੀਤੀ ਆ ਤੇ ਸਿੱਖ ਨੂੰ ਫੜਾਈ, ਉੱਤੇ ਨੰਬਰ 2 ਪਾ ਦਿੱਤਾ। ਪਹਿਲੀ ਚਿੱਠੀ ਤੇ ਨੰਬਰ 1 ਪਾਇਆ, ਦੂਜੀ ਤੇ 2 ਪਾਇਆ। ਸਿੱਖ ਨੂੰ ਫਿਰ ਭੇਜਿਆ ਚਿੱਠੀ ਦੇ ਕੇ। ਔਰ ਚਿੱਠੀ ਲੈ ਕੇ ਸਿੱਖ ਪਹੁੰਚੇ ਹੈ ਤੇ ਅੱਗੋਂ ਫਿਰ ਪ੍ਰਬੰਧਕ ਪਿਰਥੀ ਚੰਦ ਹੈ, ਉਹ ਫਿਰ ਟੱਕਰ ਗਿਆ। ਹੁਣ ਉਹ ਬੜਾ ਸੁਚੇਤ ਹੋ ਗਿਆ ਸੀਗਾ ਵੀ ਅਰਜਨ ਦੇਵ ਬਾਰ-ਬਾਰ ਸੁਨੇਹੇ ਭੇਜਦਾ ਤੇ ਮੈਂ ਗੁਰੂ ਅਰਜਨ ਦੇਵ ਦਾ ਸੁਨੇਹਾ ਜਿਹੜਾ ਗੁਰੂ ਰਾਮਦਾਸ ਕੋਲ ਜਾਣ ਨਹੀਂ ਦੇਣਾ। ਈਰਖਾਵਸ ਦੂਸਰੀ ਚਿੱਠੀ ਵੀ ਸਿੱਖ ਦੇ ਕੋਲੋਂ ਪਿਰਥੀ ਚੰਦ ਨੇ ਫੜੀ ਹੈ ਤੇ ਚਿੱਠੀ ਲੈ ਕਰਕੇ ਸਿੱਖ ਨੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਦੇ ਦੂੰਗਾ, ਤੁਸੀਂ ਚਲੇ ਜਾਓ, ਜਲ ਪਾਣੀ ਛਕ ਲਓ। ਤੇ ਉਹ ਸਿੱਖ ਨੇ ਪ੍ਰਸ਼ਾਦਾ ਪਾਣੀ ਛਕਿਆ, ਚਿੱਠੀ ਪਿਰਥੀ ਚੰਦ ਨੂੰ ਫੜਾ ਕੇ ਮੁੜ ਗਏ। ਕਾਫੀ ਸਮਾਂ ਬਤੀਤ ਹੋਇਆ ਕਿਉਂਕਿ ਗੁਰੂ ਪਿਤਾ ਕੋਲੇ ਕੋਈ ਸੁਨੇਹਾ ਨਹੀਂ ਪਹੁੰਚਿਆ। ਅਸਲ ਵਿੱਚ ਗੁਰੂ ਪਿਤਾ ਦੀ ਮਰਜ਼ੀ ਸੀ, ਸਭ ਜਾਨੀ ਜਾਣਾ ਹੂੰ ਤਾਂ ਉਹ। ਪਰ ਇੱਧਰ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਛੋਟੇ ਪੁੱਤਰ ਨੂੰ ਮਾਨੋ ਗੱਦੀ ਦੇ ਵਾਸਤੇ ਤਿਆਰ ਕਰ ਰਹੇ ਹੈ। ਜਿੰਨਾ ਬਰਾਗ ਪੈਦਾ ਹੋਵੇਗਾ ਉਨਾ ਪ੍ਰੇਮ ਵਧੇਗਾ ਤੇ ਜਿੰਨਾ ਬਰਾਗ ਪੈਦਾ ਹੋਵੇਗਾ ਓਨਾ ਹੀ ਉੱਥੇ ਨਾਮ ਦਾ ਬੀਜ ਉਗਰੂਗਾ, ਫਲੇ ਫੁੱਲੇਗਾ। ਇਸ ਕਰਕੇ ਸਤਿਗੁਰੂ ਰਾਮਦਾਸ ਜੀ ਤਾਂ ਆਪਣੇ ਪੁੱਤਰ ਨੂੰ ਮਾਨੋ ਜਿਸ ਤਰ੍ਹਾਂ ਸੁਨਿਆਰਾ ਭੱਠੀ ਵਿੱਚ ਸੋਨੇ ਨੂੰ ਤਪਾ ਕੇ ਗਰਮ ਕਰਕੇ ਸ਼ੁੱਧ ਕਰਦਾ ਹੈ, ਆਪਣੇ ਪੁੱਤਰ ਨੂੰ ਗੱਦੀ ਲਈ ਤਿਆਰ ਕਰ ਰਹੇ ਹੈ। ਪਰ ਪਿਰਥੀ ਚੰਦ ਸੋਚਦਾ ਕਿ ਗੱਦੀ ਦਾ ਮਾਲਕ ਮੈਂ ਹਾਂ। ਇਹ ਸੋਚ ਕਰਕੇ ਉਹ ਗੁਰੂ ਪਿਤਾ ਨੂੰ ਚਿੱਠੀ ਨਹੀਂ ਦਿੰਦਾ। ਦੂਜੀ ਚਿੱਠੀ ਵੀ ਆਪਣੇ ਜੀਭ ਵਿੱਚ ਪਾ ਲੈਂਦਾ ਹੈ। ਕਾਫੀ ਸਮਾਂ ਉਡੀਕਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਬੇਬਲਤਾ ਹੋਰ ਵੱਧ ਜਾਂਦੀ ਹੈ, ਵਿਛੋੜੇ ਦਾ ਦਰਦ ਹੋਰ ਵੱਧ ਜਾਂਦਾ ਹੈ, ਦੁੱਖ ਹੋਰ ਵੱਧ ਜਾਂਦਾ ਹੈ। ਹੁਣ ਸਰਦਾ ਨਹੀਂ, ਦਿਨ ਰਾਤ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਰਹਿੰਦਾ। ਅੱਖਾਂ ਜਿਹੜੀਆਂ ਹਨ, ਚਿਹਰਾ ਜਿਹੜਾ ਜਰਦ ਹੋ ਗਿਆ, ਪੀਲਾ ਪੈ ਗਿਆ। ਔਰ ਇਸ ਤਰ੍ਹਾਂ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਦਿਨੇ ਚੈਨ ਨਹੀਂ ਆਉਂਦਾ। ਕਾਫੀ ਸਮੇਂ ਬਾਅਦ ਫਿਰ ਕੋਸ਼ਿਸ਼ ਕਰਦੇ ਆ, ਨੰਬਰ 3 ਪਾ ਕੇ ਤੀਜੀ ਚਿੱਠੀ ਲਿਖਦੇ ਆ, ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਪਿਤਾ ਜੀ ਜਦੋਂ ਮੈਂ ਤੁਹਾਨੂੰ ਇੱਕ ਘੜੀ ਇੱਕ ਮਿੰਟ ਨਹੀਂ ਸੀ ਮਿਲਦਾ, ਥੋੜ੍ਹਾ ਸਮਾਂ ਵੀ ਮੈਂ ਤੁਹਾਨੂੰ ਦੇਖਦਾ ਨਹੀਂ ਸੀ ਤਾਂ ਮੇਰਾ ਜੀ ਨਹੀਂ ਸੀ ਲੱਗਦਾ। ਮੇਰੇ ਤੇ ਕਲਯੁਗ ਵਾਪਰ ਜਾਂਦਾ, ਭਾਵ ਮੈਂ ਦੁਖੀ ਹੋ ਜਾਂਦਾ। ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਇਹ ਮੇਰੇ ਪਿਆਰੇ ਭਗਵੰਤ ਸਰੂਪ ਗੁਰੂ ਪਿਤਾ, ਹੁਣ ਕਦੋਂ ਮਿਲਾਂਗੇ ਆਪਾਂ।
मैनू विछड़े नू बड़ा लंबा समा हो गया, भावें कि 6 महीने 7 महीने होए ना, पर यह विछोड़े का जिहड़ा लंबा समा पातशाह जी कहते मैथों हुण झल्लिया नहीं जाता। ऐसे विछोड़े नू लैके भगत रविदास जी भी लिखते हैं, बहुत जन्म बिछड़े थे माधो ये जन्म तुम्हारे लेखे, कह रविदास आस लग जीवों चिर पयो दर्शन देखे। जिस वेले गुरु प्यारिओ ये दूसरी तीसरी चिट्ठी लिखी तां ये चिट्ठी लैके फिर सिख पहुँचे है तीसरी, तो इधर की होया, अज पिरथी चंद नहीं टकरे। असल में गुरु अर्जन देव जी ने सुचेत करता सी सिख नूं बई मैनू लगता है कि तुसी चिट्ठी फड़ाए आने हो पिरथी चंद नूं, ते पिरथी चंद ने अगे चिट्ठी देनी नहीं। वो 2 चिट्ठियां दित्तियां नहीं, जे दित्तियां होंदियां ते पिता गुरु जरूर मैनू सद लैंदे। भाई संतोख सिंह जी कवि इतिहास विच लिखते हैं इस विषय ते, नै सतगुर के टिग पहुँचाई रख अपने पा छुपाई। पिरथी चंद ने पहलियां 2 चिट्ठियां गुरु पिता कोल भेजियां नहीं, अपने कोले लुको लईआं। निशा गुजारी कर सिख डेरा, ते सिखा तू उत्थे रात कट के वापस मुड़ आया है। आयो गुरद्वार हेत सवेरा, तड़के नमस्कार करके मुड़ आया। ते गुरु प्यारिओ इस तरह 2 चिट्ठियां जिहड़ियां सन वो पिरथी चंद ने लुको लईआं, ते लियाउण वाले सिख नूं कहता तेरे ते गुरुआं दी खुशी है, हुण तू चले आ जा। ते जिस वेले गुरु प्यारिओ सिख मुड़ आया, उस वेले फिर गुरु अर्जन देव जी ने तीजी चिट्ठी लिखी तो हुक्म किया कि हुण तूं ये चिट्ठी पिरथी चंद नूं नहीं देनी। मैनू लगता है कि पिरथी चंद जिहड़ा चिट्ठी अगे दिंदा नहीं, ते सिख ने भी ऐतकी जा करके वो चिट्ठी नूं लै करके पिरथी चंद के सामने जाना नहीं किया। हुक्म दिता सी कि तू उत्थे रात कट्टी, जदों दूजे दिन चढ़ेगा गुरु पिता जी दरबार विच आउणगे, उदों नमस्कार करन जाई ते आपदे हत्थी चिट्ठी उन्हां दे हत्थ च देई। कहन लग्या जी ठीक आ। ते उस वेले गुरु प्यारिओ रात नूं किते रात कट्टी, आसे पासे पिरथी चंद दीआं अखां तो पासे नज़रां तो पासे दिन चढ़िया जाके पहुँचदा है गुरु पिता दे कोल दीवान दे विच। दीवान विच पहुँच करके वो चिट्ठी जिहड़ी है आ करके दिंदा गुरु पिता जी नूं, ते सतगुरु पिता जी वो चिट्ठी खोलदे न। एक घड़ी न मिलते तां कलयुग होता, हुण कल मिलिए प्रिया तुद भगवंता। मोह रैन न बिहावै नींद न आवै, बिन देखे गुर दरबारे जियो। हो घोली जियो घोल घुमाई, ते सच्चे गुर दरबारे जियो। जदों ये चिट्ठी गुरु पिता ने खोल के पढ़ी और प्रेम दे विराग दे भिजे हुए अखर देखे प्रभावशाली, सतगुरां दा मानो दिल विच प्रेम उमड़िया और बाबा बुढ़ा जी वर्गे सियाणे सिखां नूं कोल बुलाया और अपने कोल बुला करके बचन करते हैं कि तुसी जाओ, शहबजादे अर्जन देव नूं साडे विछोड़े का कितना विराग पैदा हो गया। विछोड़े का दुख तो सहार लिया पर साडे बचनां का उलंघन नहीं किया। भाव अर्जन देव जिहड़ा है गुरु रामदास जी कहन लगे साडा बचन मनदा है,
ਉਹਨਾਂ ਦੇ ਅੰਦਰ ਵਿਛੋੜੇ ਦਾ ਦੁੱਖ ਤਾਂ ਬਹੁਤ ਹੈ, ਪਰ ਅਸੀਂ ਜਾਂਦਿਆਂ ਨੂੰ ਕਹਿਤਾ ਸੀ ਸੱਦੇ ਬਿਨਾਂ ਆਉਣਾ ਨਹੀਂ, ਤੇ ਸਾਡੇ ਬਚਨਾਂ ਦਾ ਉਲੰਘਣ ਨਹੀਂ ਕੀਤਾ। ਇਸ ਕਰਕੇ ਹੁਣ ਸਾਡਾ ਹੁਕਮ ਹੈ ਕਿ ਤੁਸੀਂ ਜਾਓ ਤੇ ਉਹਨਾਂ ਨੂੰ ਲੈ ਕੇ ਆਓ। ਤੇ ਉਸ ਵੇਲੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਆਦਿ ਹੋਰ 2 ਸਿੱਖ 5 ਸਿੱਖਾਂ ਨੂੰ ਭੇਜਦੇ ਹਨ। ਕਹਿੰਦੇ ਜਾਓ, ਤੁਰੰਤ ਲਾਹੌਰ ਜਾਓ ਤੇ ਉਹਨਾਂ ਨੂੰ ਗੱਡੇ ਤੇ ਬਿਠਾ ਕੇ ਲੈ ਕੇ ਆਓ। ਉਸੇ ਵੇਲੇ 5 ਸਿੱਖ ਗਏ, ਲਾਹੌਰ ਪਹੁੰਚਦੇ ਹੈ ਔਰ ਅਰਜਨ ਦੇਵ ਜੀ ਨੂੰ ਮਿਲਦੇ ਹਨ ਲਾਹੌਰ ਵਾਲੇ ਘਰ ਵਿੱਚ ਜਾ ਕਰ ਕੇ। ਔਰ ਨਾਲ ਹੀ ਲਾਹੌਰ ਦੀਆਂ ਸੰਗਤਾਂ ਨੇ ਬੜਾ ਪਿਆਰ ਕੀਤਾ। ਔਰ ਸਤਿਗੁਰੂ ਅਰਜਨ ਦੇਵ ਜੀ ਪਿਛਲੇ 6 ਮਹੀਨਿਆਂ ਤੋਂ ਉੱਥੇ ਸਤਸੰਗ ਕਰ ਰਹੇ ਹੈ, ਰੱਬ ਦੀਆਂ ਵਿਚਾਰਾਂ ਕਰ ਰਹੇ ਹੈ। ਸੰਗਤਾਂ ਨਾਲ ਬੜਾ ਪਿਆਰ ਪੈ ਗਿਆ ਲਾਹੌਰ ਵਾਲੀਆਂ ਨਾਲ। ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਬਾਬਾ ਬੁੱਢਾ ਜੀ ਵਾਪਸ ਆਉਣ ਲੱਗੇ ਤੇ ਲਾਹੌਰ ਦੀਆਂ ਸੰਗਤਾਂ ਨੇ ਬੜਾ ਬਰਾਕ ਕੀਤਾ। ਭਾਵੇਂ ਕੁਝ ਸੰਗਤਾਂ ਨਾਲ ਵੀ ਆ ਗਈਆਂ। ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਨੂੰ, ਜੋ ਹਜੇ ਗੁਰੂ ਨਹੀਂ ਬਣੇ, ਸਤਿਗੁਰਾਂ ਦੇ ਛੋਟੇ ਸਪੁੱਤਰ ਹਨ ਤੀਸਰੇ, ਲੈ ਕਰਕੇ ਲਾਹੌਰ ਤੋਂ ਅੰਮ੍ਰਿਤਸਰ ਪਹੁੰਚਦੇ ਹਨ। ਜਦ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਪਿਤਾ ਗੁਰੂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ। ਦੇਖ ਕੇ ਚਿਹਰਾ ਖਿੜ ਗਿਆ ਕਮਲ ਦੀ ਨਿਆਈ। ਸਤਿਗੁਰਾਂ ਨੇ ਗਲੇ ਲਾਇਆ, ਪਿਆਰ ਕੀਤਾ। ਵਿਰਾਗ ਦੇ ਹੰਝੂ ਅੱਜ ਪ੍ਰੇਮ ਦੇ ਵਿੱਚ ਆ ਕੇ ਅੱਖਾਂ 'ਚੋਂ ਨਿਕਲਣ ਲੱਗੇ। ਕੋਲ ਬਿਠਾਇਆ, ਪ੍ਰੇਮ ਦਾ ਥਾਪੜਾ ਦਿੰਦਿਆਂ ਬਖਸ਼ਾਂ ਦਾ ਭਰਿਆ ਹੱਥ ਸਿਰ 'ਤੇ ਰੱਖਿਆ, ਛਾਤੀ ਨਾਲ ਲਾਇਆ। ਇਹ ਚੀਜ਼ ਦੇਖ ਕੇ ਸਿੱਖ ਸੰਗਤ ਬੜੀ ਹੀ ਖੁਸ਼ ਹੋਈ, ਆਨੰਦਿਤ ਹੋਈ, ਹੈਰਾਨ ਹੋਈ। ਨਾਲ ਬਚਨ ਕਰਦੇ ਹਨ, ਸੋਢੀ ਕੁਲ ਕੀ ਰਾਖ ਲਈ, ਇਸ ਪੁੱਤਰ ਤੋਂ ਹੀ ਅਧਿਕਾਰੀ ਹੈ ਗੁਰਤਾ ਦੀ ਗੱਦੀ ਦਾ ਭਾਰ ਝੱਲਣ ਦੇ ਲਈ। ਫਿਰ ਬਿਠਾ ਲਿਆ ਕੋਲੇ, ਵਿਚਾਰਾਂ ਚੱਲ ਪਈਆਂ, ਗੱਲਬਾਤ ਚੱਲ ਪਈ। ਪੁੱਤਰ, ਤੂੰ ਆ ਚਿੱਠੀ ਭੇਜੀ ਹੈ, ਤੇ ਨੰਬਰ 3 ਕਿਉਂ ਪਾਇਆ? ਕਹਿੰਦੇ ਪਿਤਾ ਜੀ 2 ਪਹਿਲਾਂ ਵੀ ਭੇਜੀਆਂ ਸੀ, 2 ਪਹਿਲਾਂ ਵੀ ਭੇਜੀਆਂ, ਫਿਰ ਉਹ ਕਿੱਧਰ ਗਈਆਂ? ਕਹਿੰਦੇ ਜੀ ਪਤਾ ਨਹੀਂ, ਜਿਹੜਾ ਸਿੱਖ ਲੈ ਕੇ ਆਇਆ ਸੀ ਉਹ ਪ੍ਰਿਥੀ ਚੰਦ ਨੂੰ ਫੜਾ ਗਿਆ ਸੀ। ਤਾਂ ਉਸੇ ਵੇਲੇ ਸਤਿਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਬੁਲਾਇਆ। ਕਹਿੰਦੇ ਵੀ ਸੱਦ ਕੇ ਲਿਆਓ। ਜਦ ਘਰੇ ਬੁਲਾਉਣ ਵਾਸਤੇ ਗਏ ਤੇ ਉਸ ਵੇਲੇ ਕਹਿੰਦੇ ਪ੍ਰਿਥੀ ਚੰਦ ਮੋਟਰ 'ਤੇ ਜਾਂ ਖੂਹ 'ਤੇ ਨਹਾਉਣ ਵਾਸਤੇ ਗਿਆ ਹੋਇਆ ਸੀ। ਆ ਕੇ ਦੱਸਿਆ ਜੀ ਉਹ ਤਾਂ ਨਹਾਉਣ ਗਿਆ ਵੈ। ਕਹਿੰਦੇ ਜਾਓ ਉੱਥੋਂ ਬੁਲਾ ਕੇ ਲਿਆਓ। ਜਦ ਖੂਹ 'ਤੇ ਨਹਾਉਣ ਵਾਸਤੇ ਜਿੱਥੇ ਇਸ਼ਨਾਨ ਕਰ ਰਿਹਾ ਸੀ, ਨਾਲ ਆਪਣੇ ਕੁਝ ਸੰਗੀ ਸਾਥੀ, ਜਾ ਕੇ ਸੁਨੇਹਾ ਦਿੱਤਾ ਕਿ ਤੁਹਾਨੂੰ ਗੁਰੂ ਪਿਤਾ ਨੇ ਬੁਲਾਇਆ। ਕਹਿੰਦੇ ਪ੍ਰਿਥੀ ਚੰਦ ਇਸ਼ਨਾਨ ਕਰਕੇ ਇੱਕ ਬਸਤਰ ਪਹਿਨ ਕੇ ਦਰਬਾਰ 'ਚ ਆ ਗਿਆ। ਅੱਗੇ ਕੀ ਵੇਖਦਾ ਕਿ ਗੁਰੂ ਰਾਮਦਾਸ ਜੀ ਦੇ ਬਰਾਬਰ ਅਰਜਨ ਦੇਵ ਜੀ ਬੈਠੇ ਨੇ। ਹੈਰਾਨ ਹੋ ਗਿਆ, ਬਈ ਐਤਕੀ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਆ ਗਿਆ, ਕਿਉਂਕਿ ਤੀਜੀ ਚਿੱਠੀ ਉਹਨੂੰ ਵਿਖਾਈ ਨਹੀਂ ਕਿਸੇ ਨੇ। 2 ਚਿੱਠੀਆਂ ਉਹਨੇ ਲੁਕੋ ਲਈਆਂ। ਤੇ ਅਚਾਨਚੱਕ ਬਾਬਾ ਬੁੱਢਾ ਜੀ ਹੋਰਾਂ ਨੇ, ਭਾਈ ਗੁਰਦਾਸ ਜੀ ਹੋਰਾਂ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਲੈ ਆਂਦਾ ਤੇ ਪ੍ਰਿਥੀ ਚੰਦ ਸਾਹਮਣੇ ਆ ਗਿਆ। ਜਦ ਸਾਹਮਣੇ ਆਇਆ ਤੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਪੁੱਛਦੇ ਹਨ, ਬਈ ਤੇਰੇ ਕੋਲੇ 2 ਚਿੱਠੀਆਂ ਆਈਆਂ ਸੀਗੀਆਂ? ਤੇ ਪ੍ਰਿਥੀ ਚੰਦ ਕਹਿੰਦਾ ਮੇਰੇ ਕੋਲੇ ਕੋਈ ਚਿੱਠੀ ਨਹੀਂ ਹੈ। ਸਿੱਖ ਜਿਹੜਾ ਚਿੱਠੀ ਲੈ ਕੇ ਆਇਆ ਸੀ ਉਹ ਵੀ ਨਾਲ ਆਇਆ। ਕਹਿੰਦਾ ਜੀ ਇਹਨਾਂ ਨੂੰ ਫੜਾਈਆਂ। ਮੰਨਦਾ ਨਹੀਂ, ਉਲਟਾ ਕਹਿੰਦਾ ਉਹ ਕਿਹੜਾ ਕੋਈ ਚੈੱਕ ਸੀਗਾ ਜਿਹੜਾ ਮੈਂ ਪਾਸ ਕਰਾ ਲੈਂਦਾ। ਉਦੋਂ ਹੁੰਡੀ ਸ਼ਬਦ ਵਰਤਦੇ ਸੀਗੇ। ਹੁੰਡੀ ਸ਼ਬਦ ਹੁੰਦਾ ਹੈ ਵੀ ਆਪਾਂ ਪਰਚੀ 'ਤੇ ਲਿਖ ਕੇ ਦੇਤਾ ਕਿਸੇ ਦੇ ਵੱਲ, ਫਲਾਣੇ ਸੇਠ ਨੂੰ। ਜਿਵੇਂ ਬਠਿੰਡਿਓਂ ਕੋਈ ਬੰਦਾ ਜਾਂਦਾ ਦੂਜੇ ਸ਼ਹਿਰ ਜਾਂਦਾ, ਰਸਤੇ 'ਚ ਪੈਸੇ ਨਹੀਂ ਸੀ ਚੱਕਦੇ, ਕਿਉਂਕਿ ਰਸਤੇ 'ਚ ਖੋਹ ਲੈਂਦੇ ਸੀ ਲੋਕ ਲੁਟੇਰੇ। ਤਾਂ ਸ਼ਾਹੂਕਾਰ ਹੁੰਦੇ ਸੀ, ਜਿਵੇਂ ਆ ਮਨੀਗ੍ਰਾਮ ਹੈ ਅੱਜ ਕੱਲ੍ਹ, ਉਦੋਂ ਸ਼ਾਹੂਕਾਰਾ ਹੁੰਦਾ ਸੀਗਾ। ਇੱਥੇ ਸ਼ਾਹੂਕਾਰ ਦੀ ਇੱਕ ਦੁਕਾਨ ਹੈ, ਇੱਕ ਦੂਜੇ ਸ਼ਹਿਰ 'ਚ ਦੁਕਾਨ ਹੈ।
ਇੱਥੇ ਪੈਸੇ ਜਮ੍ਹਾਂ ਕਰਾ ਤੇ ਦੂਜੇ ਸ਼ਹਿਰੋਂ ਜਾ ਕੇ ਫੜ ਲਏ। ਉਹਨੂੰ ਹੁੰਡੀ ਕਹਿੰਦੇ ਸੀਗੇ। ਕਹਿੰਦਾ ਉਹ ਕਿਹੜਾ ਕੋਈ ਹੁੰਡੀ ਸੀ ਜਿਹੜਾ ਮੈਂ ਕਿਸੇ ਤੋਂ ਪੈਸੇ ਲੈ ਲੈਂਦਾ ਜਾ ਕੇ, ਮੇਰੇ ਕੋਲ ਕੋਈ ਚਿੱਠੀ ਨਹੀਂ ਆਈ। ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਕੋਲੇ ਬੈਠੇ ਸਿੱਖ ਨੂੰ ਕਹਿਣ ਲੱਗੇ ਪੁੱਛ ਕੇ, ਐਂ ਕਰ ਪੁੱਤ ਘਰ ਇਹਨਾਂ ਦੇ ਘਰੇ ਜਾ, ਇਹਦੀ ਘਰਵਾਲੀ ਕਰਮੋਂ ਨੂੰ ਕਹਿ ਕਿ ਜਿਹੜਾ ਕੁੜਤਾ ਕੱਲ੍ਹ ਵਾਲਾ ਪ੍ਰਿਥੀ ਚੰਦ ਲਾ ਕੇ ਗਿਆ ਉਹ ਕੁੜਤਾ ਮੰਗਾਇਆ। ਕਿਉਂਕਿ ਜਿਵੇਂ ਆਪਾਂ ਕੁੜਤਾ ਕੱਲ੍ਹ ਵਾਲਾ ਲਾਇਆ ਕਾਗਜ਼ ਪੱਤਰ ਵਿੱਚ ਹੀ ਹੁੰਦੇ ਨੇ ਪੁਰਾਣੇ ਕੁੜਤੇ ਦੇ। ਉਹ ਸਿੱਖ ਘਰੇ ਗਿਆ ਤੇ ਕਰਮੋਂ ਤੋਂ ਕਹਿ ਕੇ ਉਹ ਕੁੜਤਾ ਫੜ ਲਿਆਇਆ, ਵਿੱਚੇ ਕਾਗਜ਼ ਪੱਤਰ ਹੈ, ਲਿਆ ਕੇ ਬਲੇਟ ਕੇ ਗੁਰੂ ਰਾਮਦਾਸ ਜੀ ਕੋਲ ਰੱਖ ਦਿੱਤਾ। ਕਹਿੰਦੇ ਲਓ ਜੀ। ਫਿਰ ਪੁੱਛਿਆ ਪ੍ਰਿਥੀ ਚੰਦ ਉਹ ਚਿੱਠੀਆਂ ਦੇ ਦੇ, ਬੜੀਆਂ ਕੰਮ ਦੀਆਂ ਐ, ਉਹਨਾਂ ਦੇ ਕੋਈ ਸ਼ਬਦ ਲਿਖੇ ਆ ਅਰਜਨ ਦੇਵ ਨੇ, ਮੈਂ ਦੇਖਣੇ ਆ। ਕਹਿੰਦਾ ਮੇਰੇ ਕੋਲੇ ਹੈ ਨਹੀਂ। ਗੁਰੂ ਪਾਤਸ਼ਾਹ ਜੀ ਨੇ ਕੁੜਤਾ ਚੱਕਿਆ, ਕਹਿੰਦੇ ਆ ਕੁੜਤਾ ਤੇਰਾ? ਕਹਿੰਦੇ ਮੇਰਾ ਹੀ ਆ, ਤੁਹਾਡੇ ਕੋਲੇ ਕਿਵੇਂ ਆ ਗਿਆ? ਆ ਗਿਆ, ਆ ਦੇਖ ਇਹਦੇ ਵਿੱਚ ਕਾਗਜ਼ ਪੱਤਰ ਹੈ, ਸ਼ਾਇਦ ਵਿੱਚ ਹੋਣ। ਕਹਿੰਦਾ ਜੇ ਪਾਈਆਂ ਹੋਣਗੀਆਂ ਤਾਂ ਹੋਣਗੀਆਂ। ਭਾਵ ਉਹਨੇ ਫਿਰ ਵੀ ਗੁੱਸਾ ਛੱਡ ਕੇ ਉਹ ਕਾਗਜ਼ ਨਾ ਕੱਢ ਕੇ ਦਿੱਤੇ ਵਿੱਚੋਂ। ਗੁਰੂ ਰਾਮਦਾਸ ਜੀ ਨੇ ਆਪ ਹੀ ਉਹਦੇ ਵਿੱਚ ਹੱਥ ਪਾਇਆ ਤੇ ਉਹਦੇ ਵਿੱਚੋਂ ਦੋਨੇ ਚਿੱਠੀਆਂ ਨਿਕਲ ਆਈਆਂ। ਦੋਨੇ ਚਿੱਠੀਆਂ ਖੋਲ੍ਹੀਆਂ, ਪੜ੍ਹੀਆਂ, ਲੜੀਵਾਰ 3 ਸ਼ਬਦ ਹੋ ਗਏ ਜਿਨ੍ਹਾਂ ਦੀ ਆਪਾਂ ਵਿਚਾਰ ਕਰ ਲਈ ਆ। ਤੀਜਾ ਸ਼ਬਦ ਸੀਗਾ ਜਿਹੜਾ ਪਾਤਸ਼ਾਹ ਦੇ ਹੱਥ ਵਿੱਚ ਚਿੱਠੀ ਆ ਗਈ ਸੀ, ਹਉ ਘੋਲੀ ਹਉ ਘੋਲ ਕਮਾਈ। ਇਹ ਦੂਸਰਾ ਸ਼ਬਦ ਹੈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ। ਤੀਜਾ ਹੈ ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ। ਮੋਇ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਜਿਸ ਵੇਲੇ ਉਹ ਚਿੱਠੀਆਂ ਨਿਕਲ ਆਈਆਂ ਫਿਰ ਸ਼ਰਮਸ਼ਾਰ ਹੋਇਆ। ਪਰ ਸ਼ਰਮਸ਼ਾਰ ਕੀ ਹੋਣਾ ਸੀ, ਉਲਟਾ ਕੌੜਾ ਬੋਲਣ ਲੱਗਿਆ, ਪੁੱਠਾ ਸਿੱਧਾ ਬੋਲਣ ਲੱਗਿਆ। ਮੈਂ ਗੁਰੂ ਘਰ ਦਾ ਪ੍ਰਬੰਧ ਸੰਭਾਲਦਾ, ਮੈਨੂੰ ਪਿਆਰ ਨਹੀਂ ਕਰਦੇ, ਤੁਸੀਂ ਅਰਜਨ ਦੇਵ ਨੂੰ ਬਾਹਲਾ ਪਿਆਰ ਕਰਦੇ ਹੋ। ਸਤਿਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਤੂੰ ਗੱਦੀ ਦੇ ਪਿੱਛੇ ਬੜਾ ਲਾਲਚ ਕਰਦਾ ਹੈ, ਚੱਲ ਅੱਜ ਮੈਂ ਗੱਦੀ ਦੇ ਹੀ ਦਿੰਦਾ ਹਾਂ। ਫਿਰ ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਸਭ ਨੂੰ ਸੰਬੋਧਨ ਕਰਤਾ ਤੇ ਉਸ ਵੇਲੇ ਇੱਕ ਪ੍ਰੀਖਿਆ ਪਾ ਦਿੱਤੀ। ਕਹਿੰਦੇ ਜਿਹੜੇ ਆ 3 ਸ਼ਬਦ ਉਚਾਰੇ ਆ ਅਰਜਨ ਦੇਵ ਨੇ, ਇਹਨਾਂ ਦਾ ਇੱਕ ਚੌਥਾ ਸ਼ਬਦ ਹੋਰ ਬਣਦਾ। ਚੌਪਦਾ ਇਹ ਹੈ, 3 ਪਦੇ ਬਣੇ ਨੇ, ਚੌਥਾ ਪਦਾ ਪ੍ਰਿਥੀ ਚੰਦ ਤੂੰ ਉਚਾਰ ਦੇ। ਜੇ ਤੂੰ ਇਹਦੇ ਨਾਲ ਮਿਲਦਾ ਚੌਥਾ ਸ਼ਬਦ ਉਚਾਰਤਾ ਮੈਂ ਗੱਦੀ ਤੈਨੂੰ ਦੇ ਦਿਆਂਗਾ, ਤੇ ਜੇ ਅਰਜਨ ਦੇਵ ਨੇ ਉਚਾਰਤਾ ਫਿਰ ਗੱਦੀ ਇਹਦੀ। ਪ੍ਰਿਥੀ ਚੰਦ ਨੂੰ ਟਾਈਮ ਦਿੱਤਾ ਗਿਆ, ਉਹਨੂੰ ਕੋਈ ਬਾਣੀ ਨਾ ਆਉਣੀ, ਕਿਉਂਕਿ ਬਾਣੀ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ, ਨਿਮਰਤਾ ਤੋਂ ਬਗੈਰ ਔੜਦੀ ਨਹੀਂ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜਕਰ ਵਾਸਾ ਹੋਏ। ਇਹ ਬਾਣੀ ਪਰਮੇਸ਼ਰ ਦੀ ਹੈ। ਪ੍ਰਿਥੀ ਚੰਦ ਨੂੰ ਕੋਈ ਸ਼ਬਦ ਨਾ ਔੜਿਆ ਤੇ ਅਖੀਰ ਫਿਰ ਅਰਜਨ ਦੇਵ ਜੀ ਨੂੰ ਸਮਾਂ ਦਿੱਤਾ ਗਿਆ, ਚੱਲ ਪੁੱਤਰ ਫਿਰ ਤੂੰ ਚੌਥਾ ਸ਼ਬਦ ਉਚਾਰ। ਤੇ ਜਦ ਚੌਥਾ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਉਚਾਰਿਆ, ਜਿਹੜਾ ਸ਼ਬਦ ਹਜ਼ਾਰਿਆਂ ਦਾ ਚੌਥਾ ਪਦਾ ਹੈ, ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ। ਬਾਬਾ ਬੁੱਢਾ ਜੀ, ਭਾਈ ਸਾਲੋ, ਭਾਈ ਗੁਰਦਾਸ ਜੀ ਇਹ ਸੰਤ ਸਰੂਪ ਹਨ ਗੁਰੂ ਘਰ ਦੇ ਵਿੱਚ, ਤੇ ਇਹ ਜਾ ਕੇ ਲੈ ਕੇ ਆਏ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ, ਤੇ ਮਿਲਾਇਆ ਗੁਰੂ ਰਾਮਦਾਸ ਪਿਤਾ ਜੀ ਨਾਲ। ਤਾਂ ਚੌਥਾ ਪਦਾ ਉਸੇ ਤਰ੍ਹਾਂ ਉਚਾਰਦੇ ਹੈ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸ਼ੀ ਘਰ ਮੈਂ ਪਾਇਆ। ਬਹੁਤ ਵੱਡੇ ਭਾਗ ਹੋਏ ਸੰਤਾਂ ਨੇ, ਪਰਮੇਸ਼ਰ ਦੇ ਪਿਆਰਿਆਂ ਨੇ ਗੁਰੂ ਨਾਲ ਮਿਲਾ ਦਿੱਤਾ। ਇਸ ਬਾਣੀ ਦੇ ਡਬਲ ਅਰਥ ਹੈ। ਇੱਕ ਤਾਂ ਇਹ ਕਹਾਣੀ ਸੀ ਉਸ ਵੇਲੇ ਜਿਹੜੀ ਘਟਨਾ ਘਟੀ, ਉਸ ਘਟਨਾ ਮੁਤਾਬਕ ਵੀ ਹੈ, ਤੇ ਦੂਸਰਾ ਅਧਿਆਤਮਕ ਅਰਥ ਇਹ ਵੀ ਹੈ ਕਿ ਇਹ ਜੀਵ ਪਰਮੇਸ਼ਰ ਤੋਂ ਵਿਛੜਿਆ ਹੋਇਆ, ਦੁੱਖਾਂ ਦੇ ਵਿੱਚ ਭਟਕਦਾ ਆ ਰਿਹਾ, ਅੱਜ ਮਨੁੱਖਾ ਜਨਮ ਇਸ ਨੂੰ ਮਿਲਿਆ ਹੈ, ਤੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ ਇਹਨੂੰ ਆਪਣੇ ਘਰੇ ਜਾਣਾ ਚਾਹੀਦਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
खैर ਆਪਾਂ ਉਸ ਮੌਕੇ ਦੀ ਗੱਲ ਕਰੀਏ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਉਚਾਰ ਦਿੱਤਾ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚੱਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਜਿਹੜੀ ਮੇਰੀ ਸੇਵਾ ਸੀ ਉਹ ਪ੍ਰਵਾਨ ਹੋ ਗਈ। ਇਦੋਂ ਪਹਿਲਾਂ ਕਹਿੰਦੇ ਸੀ ਬਹੁਤ ਵੱਡਾ ਵਿਛੋੜਾ ਝੱਲਿਆ ਨਹੀਂ ਜਾਂਦਾ, ਪਰ ਜਦੋਂ ਵਿਛੜਿਆ ਹੋਇਆ ਮਿਲ ਜਾਂਦਾ ਫਿਰ ਵਿਛੋੜਾ ਯਾਦ ਨਹੀਂ ਰਹਿੰਦਾ, ਭੁੱਲ ਜਾਂਦਾ, ਵਿਸਰ ਜਾਂਦਾ। ਤਾਂ ਗੁਰੂ ਅਰਜਨ ਦੇਵ ਜੀ ਅਖੀਰ 'ਤੇ ਕਹਿੰਦੇ ਹੁਣ ਤਾਂ ਐਂ ਲੱਗਦਾ ਜਿਵੇਂ ਵਿਛੜੇ ਹੀ ਨਹੀਂ ਹੁੰਦੇ। ਕਹੋ ਸਤਿਨਾਮ, ਗੁਰੂ ਪਿਤਾ ਮਿਲ ਗਏ ਨਾ, ਹੁਣ ਤਾਂ ਐਂ ਲੱਗਦਾ ਜਿਵੇਂ ਵਿਛੜੇ ਹੀ ਨਹੀਂ ਕਦੇ। ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਨਾਨਕ ਦਾ ਦਾਸ ਜਨ ਅਰਜਨ ਦੇਵ ਤੇਰਾ ਹੈ। ਔਰ ਹਉ ਭੋਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਤੇਰੇ ਤੋਂ ਬਲਿਹਾਰੇ ਜਾਂਦਾ ਹਾਂ। ਜਿਸ ਵੇਲੇ ਅਰਜਨ ਦੇਵ ਜੀ ਨੇ ਸ਼ਬਦ ਉਚਾਰਤਾ, ਸ਼ਬਦ ਪੂਰਾ ਹੋ ਗਿਆ 4 ਪਦਿਆਂ ਦਾ, ਉਸ ਵੇਲੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹੁਕਮ ਦਿੱਤਾ, ਬਾਬਾ ਬੁੱਢਾ ਜੀ ਅਰਜਨ ਦੇਵ ਨੂੰ ਗੁਰਤਾ ਗੱਦੀ ਦਾ ਤਿਲਕ ਕਰ ਦਿਓ। ਕਹੋ ਸਤਿਨਾਮ ਸੀ। ਜਿਸ ਵੇਲੇ ਭਰੀ ਸੰਗਤ ਦੇ ਵਿੱਚ ਇਹ ਬਚਨ ਕੀਤੇ, ਬਾਬਾ ਬੁੱਢਾ ਜੀ ਹੁਣ ਬਚਨ ਮੰਨਦੇ ਆ ਰਹੇ ਆ ਪਹਿਲੇ ਜਾਮੇ ਤੋਂ ਹੀ। ਜਿਸ ਨੂੰ ਗੁਰੂ ਨੇ ਟਿੱਕਿਆ, ਬਾਬੇ ਬੁੱਢੇ ਨੂੰ ਉਸੇ ਨੂੰ ਟਿੱਕਾ ਲਾ ਦਿੱਤਾ। ਗੁਰੂ ਰਾਮਦਾਸ ਪਾਤਸ਼ਾਹ ਦਾ ਹੁਕਮ ਹੋਇਆ, ਬਾਬੇ ਬੁੱਢਾ ਜੀ ਨੇ ਉਸੇ ਵੇਲੇ ਅਰਜਨ ਦੇਵ ਜੀ ਨੂੰ ਤਖ਼ਤ 'ਤੇ ਬਿਠਾ ਕੇ ਗੁਰਤਾ ਗੱਦੀ ਦਾ ਟਿੱਕਾ ਦੇ ਦਿੱਤਾ। ਪ੍ਰਿਥੀ ਚੰਦ ਬਹੁਤ ਔਖਾ ਸੌਖਾ ਹੋਇਆ, ਗੁੱਸੇ ਹੋਇਆ, ਬਹੁਤ ਕੌੜੇ ਬਚਨ ਬੋਲਿਆ, ਜਿਨ੍ਹਾਂ ਨੂੰ ਅੱਗੇ ਜਾ ਕੇ ਗੁਰੂ ਅਰਜਨ ਦੇ ਸ਼ਬਦ ਲਿਖੇ ਹੈ ਬਾਣੀ ਵਿੱਚ। ਉਸ ਵਿਸ਼ੇ 'ਤੇ ਵੀ ਬਾਣੀ ਦੇ ਸ਼ਬਦਾਂ ਵਿੱਚ ਇਤਿਹਾਸ ਪਿਆ। ਜਦ ਸ਼ਬਦ ਖੋਲ੍ਹਦੇ ਹਾਂ ਵਿੱਚੋਂ ਇਤਿਹਾਸ ਵੀ ਨਿਕਲ ਆਉਂਦਾ ਹੈ। ਕਿਹੜਾ ਸ਼ਬਦ ਉਚਾਰਿਆ ਉਸ ਵਿਸ਼ੇ 'ਤੇ? ਕਾਹੇ ਪੂਤ ਝਗੜਤ ਹੋ ਸੰਗ ਬਾਪ, ਪੁੱਤਰਾ ਆਪਣੇ ਪਿਓ ਨਾਲ ਨਾ ਲੜ। ਉਹ ਲੜਦਾ ਸੀ ਗੁਰੂ ਰਾਮਦਾਸ ਜੀ ਨਾਲ, ਮੈਨੂੰ ਗੱਦੀ ਕਿਉਂ ਨਹੀਂ ਦਿੱਤੀ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ। ਜਿਸ ਧਨ ਕਾ ਤੁਮ ਗਰਭ ਕਰਤ ਹੋ, ਜਿਸ ਪੈਸੇ ਦਾ ਤੂੰ ਹੰਕਾਰ ਕਰਦਾ। ਇਹਨੇ ਨਾ ਕੁੰਡੀ ਲਾ ਲਾ ਕੇ ਗੋਲਕਲੀ ਮਾਇਆ ਬੜੀ ਇਕੱਠੀ ਕਰ ਲਈ ਸੀ ਲੱਗ, ਕਿਉਂਕਿ ਮੁਖੀ ਸੀ, ਪ੍ਰਬੰਧਕ ਸੀਗਾ ਗੁਰੂ ਘਰ ਦੇ ਵਿੱਚ। ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਚਾਰ ਕਰਦੇ ਰਹਿੰਦੇ, ਮਹਾਂ ਦੇ ਮਸਤ ਸੁਭਾਅ ਦਾ ਸੀ। ਗੁਰੂ ਅਰਜਨ ਦੇਵ ਜੀ ਛੋਟੇ ਸਨ ਉਸ ਵੇਲੇ, ਇਸ ਕਰਕੇ ਵੱਡਾ ਹੋਣ ਦੇ ਕਾਰਨ ਇਸ ਨੇ ਸੋਚਿਆ ਕਿ ਬਸ ਮੈਂ ਹੀ ਗੁਰਤਾ ਗੱਦੀ ਦਾ ਮਾਲਕ ਹਾਂ। ਪਰ ਗੁਰਤਾ ਗੱਦੀ ਦੀ ਗੱਲ ਭਾਈ ਸਾਹਿਬ ਜੀ ਲਿਖਦੇ ਹਨ, ਤਖਤੈ ਰਾਜਾ ਸੋ ਵਹੈ, ਜੇ ਤਖਤੈ ਲਾਇਕ ਹੋਈ। ਤਖਤ 'ਤੇ ਉਹਨੂੰ ਬਿਠਾਉਣਾ ਚਾਹੀਦਾ ਜਿਹੜਾ ਤਖਤ ਦੇ ਲਾਇਕ ਹੁੰਦਾ ਹੈ, ਤਾਂ ਉਹ ਤਖਤ ਅੱਗੇ ਵੀ ਚੱਲਦਾ ਹੈ। ਤਾਂ ਬਾਬੇ ਨਾਨਕ ਤੋਂ ਲੈ ਕੇ 10ਵੇਂ ਜਾਮੇ ਤੱਕ ਹੀ ਪ੍ਰੀਖਿਆ ਹੁੰਦੀ ਰਹੀ ਹੈ ਇਸ ਗੁਰਤਾ ਗੱਦੀ ਦੀ ਸੇਵਾ ਸੰਭਾਲ ਦੀ ਡਿਊਟੀ ਵਾਸਤੇ। ਖੈਰ ਮਨੋਵਿਰਤੀਆਂ ਉੱਥੇ ਰੱਖੀਏ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਉਸੇ ਵੇਲੇ ਗੱਦੀ ਦੇ ਦਿੱਤੀ। ਔਰ ਪ੍ਰਿਥੀ ਚੰਦ ਬਹੁਤ ਕੌੜੇ ਸੁਭਾਅ ਦਾ ਸੀ, ਬਹੁਤ ਔਖਾ ਸੌਖਾ ਹੋਇਆ। ਅਤੇ ਸ਼ਾਮਾਂ ਨੂੰ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਅਰਧੰਗਣੀ ਬੀਬੀ ਭਾਨੀ ਨੂੰ ਕਿਹਾ, ਬਈ ਆਪਾਂ ਇੱਥੋਂ ਚੱਲੀਏ, ਕੰਮ ਠੀਕ ਨਹੀਂ ਹੈ, ਮੇਰਾ ਸਮਾਂ ਬਾਕੀ ਥੋੜ੍ਹਾ ਹੀ ਰਹਿ ਗਿਆ ਹੈ। ਮੇਰੀ ਉਮਰ ਤਾਂ ਪਹਿਲਾਂ ਹੀ ਮੁੱਕ ਚੁੱਕੀ ਸੀ ਅੱਜ ਤੋਂ 6 ਸਾਲ ਪਹਿਲਾਂ, ਪਰ ਉਹ ਉਮਰ ਅੱਜ ਪੂਰੀ ਹੋ ਰਹੀ ਹੈ। ਗੁਰਤਾ ਗੱਦੀ ਦਾ ਹੁਕਮ ਬਜਾ ਦਿੱਤਾ ਹੈ ਅਸੀਂ, ਹੁਣ ਮੇਰੀ ਉਮਰ ਥੋੜ੍ਹੀ ਰਹਿ ਗਈ ਹੈ, ਕੁਝ ਦਿਨ ਬਾਕੀ, ਅਤੇ ਆਪਾਂ ਇੱਥੋਂ ਚੱਲੀਏ। ਅਤੇ ਸ਼ਾਮਾਂ ਨੂੰ ਗੁਰੂ ਰਾਮਦਾਸ ਆਪਣੇ ਪੁੱਤਰ ਅਰਜਨ ਦੇਵ ਨੂੰ ਨਾਲ ਲੈ ਕੇ, ਬੀਬੀ ਭਾਨੀ ਨੂੰ ਨਾਲ ਲੈ ਕਰਕੇ ਗੋਇੰਦਵਾਲ ਸਾਹਿਬ ਆਪਣੇ ਸਹੁਰੇ ਘਰ ਆ ਗਏ, ਜਿੱਥੇ ਭਾਈ ਮੋਹਰੀ ਅਤੇ ਭਾਈ ਮੋਹਨ ਰਹਿੰਦੇ ਆ। ਗੁਰੂ ਅਰਜਨ ਦੇਵ ਜੀ ਦੇ ਮਾਮੇ, ਉਹਨਾਂ ਦੀ ਡਿਊਟੀ ਲਾਈ ਹੈ ਕਿ ਅਰਜਨ ਦੇਵ ਜੀ ਨੂੰ ਸੰਭਾਲ ਕੇ ਤੁਸੀਂ ਰੱਖਣਾ, ਜਿੱਦਾਂ ਤਕੜਾ ਨਹੀਂ ਹੁੰਦਾ, ਹਾਲੇ ਬੱਚਾ ਇਹ। ਔਰ ਪ੍ਰਿਥੀ ਚੰਦ ਈਰਖਾਲੂ ਸੁਭਾਅ ਦਾ ਹੈ, ਉਹ ਕੋਈ ਨੁਕਸਾਨ ਨਾ ਕਰੇ। ਉਹਨਾਂ ਨੂੰ ਉੱਥੇ ਡਿਊਟੀ ਲਾ ਕੇ ਬੀਬੀ ਭਾਨੀ ਜੀ ਬੜਾ ਅੱਜ ਵਿਰਾਗ ਕਰਦੇ ਹੈ। ਜਿਸ ਵੇਲੇ ਉਹਨਾਂ ਨੇ ਕਿਹਾ ਸੀ ਅਮਰਦਾਸ ਪਿਤਾ ਨੂੰ, ਜਦ ਉਹਨਾਂ ਨੇ ਕਿਹਾ ਬੇਟਾ ਤੂੰ ਬੜੀ ਸੇਵਾ ਕਰਦੀ ਆ, ਕੁਛ ਮੰਗ ਲਾ, ਤਾਂ ਕੀ ਮੰਗਿਆ ਸੀਗਾ?
ਬਾਪੂ ਜੀ ਘਰ ਦੀ ਘਰ 'ਚ ਰਹਿ ਜੇ, ਭਾਵੇਂ ਗੱਦੀ ਹੁਣ ਬਾਹਰ ਨਾ ਜਾਵੇ। ਜਿਵੇਂ ਬਾਬੇ ਨਾਨਕ ਨੇ ਲਹਿਣੇ ਨੂੰ ਦੇ ਦਿੱਤੀ, ਗੁਰੂ ਅੰਗਦ ਦੇਵ ਜੀ ਨੇ ਆਪਣੇ ਸੇਵਕ ਅਮਰਦਾਸ ਨੂੰ ਦੇ ਦਿੱਤੀ, ਅਮਰਦਾਸ ਨੇ ਪੁੱਤਰਾਂ ਨੂੰ ਛੱਡ ਕੇ ਜਵਾਈ ਨੂੰ ਦੇ ਦਿੱਤੀ। ਹੁਣ ਘਰ ਦੀ ਘਰ 'ਚ ਰਹਿ ਜੇ ਤੇ ਅਮਰਦਾਸ ਜੀ ਕਹਿੰਦੇ ਪੁੱਤਰ ਤੂੰ ਤਾਂ ਵਗਦੇ ਦਰਿਆ ਨੂੰ ਬੰਨਾ ਮਾਰ ਲਿਆ, ਇਹਦੇ ਉੱਤੇ ਦੁੱਖ ਬੜੇ ਆਉਣਗੇ, ਫਿਰ ਝੱਲਣੇ ਪੈਣਗੇ। ਕਹਿੰਦੀ ਜੀ ਕੁਛ ਵੀ ਹੋਵੇ ਘਰ ਦੀ ਘਰ 'ਚ ਰਹਿ ਜੇ। ਫਿਰ ਉੱਥੋਂ ਗੱਦੀ ਜਿਹੜੀ ਹੈ ਚੌਥੇ ਪਾਤਸ਼ਾਹ ਤੋਂ ਘਰ ਦੀ ਘਰ 'ਚ ਰੱਖਣ ਵਾਸਤੇ ਬੀਬੀ ਭਾਨੀ ਨੇ ਫਿਰ ਬੜੇ ਦੁੱਖ ਸਰੀਰ 'ਤੇ ਝੱਲੇ ਆ। ਕਹੋ ਸਤਨਾਮ ਸੀ। ਔਰ ਅੱਜ ਉਹਨਾਂ ਦਾ ਗੁਰਤਾ ਗੱਦੀ ਦੇਣ ਤੋਂ ਬਾਅਦ ਉਹਨਾਂ ਦਾ ਪਤੀ ਰਾਮਦਾਸ ਕੁਝ ਦਿਨਾਂ ਦੇ ਬਾਅਦ ਗੋਇੰਦਵਾਲ ਸਾਹਿਬ ਜਾ ਕੇ ਸਰੀਰ ਤਿਆਗ ਜਾਂਦੇ ਹਨ। ਔਰ ਗੁਰੂ ਪਿਆਰਿਓ ਫਿਰ ਗੁਰੂ ਅਰਜਨ ਦੇਵ ਜੀ ਉੱਥੇ ਕੁਝ ਸਮਾਂ ਆਪਣੇ ਨਾਨਕੇ ਘਰ ਰਹਿੰਦੇ ਆ ਗੋਇੰਦਵਾਲ। ਕੁਝ ਸਮੇਂ ਦੇ ਬਾਅਦ ਫਿਰ ਜਦੋਂ ਗੱਲ ਟਿਕ ਟਕਾ ਹੋ ਜਾਂਦੀ ਆ ਤੇ ਫਿਰ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆ ਕੇ ਉਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਦੇ ਹੈ। ਸੋ ਇਹ ਸੀ ਪਵਿੱਤਰ ਸ਼ਬਦ ਦੇ ਉਚਾਰਨ ਦਾ ਕਾਰਨ, ਜਿਹੜਾ ਆਪਾਂ ਸ਼ਬਦ ਹਜ਼ਾਰੀਆਂ ਵਿੱਚ ਪੜ੍ਹਦੇ ਹਾਂ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, 4 ਪਦਿਆਂ ਦਾ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਇਹ ਉਚਾਰਿਆ ਸੀ। ਉਸ ਤੋਂ ਬਾਅਦ ਹੋਰ ਬਹੁਤ ਬਾਣੀ ਉਚਾਰੀ, ਫਿਰ ਸਾਰੀ ਬਾਣੀ ਦਾ ਸੰਕਲਨ ਕੀਤਾ, ਇਕੱਤਰ ਕੀਤੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਜ ਕੇ ਇਸ ਬਾਣੀ ਦੇ ਉਪਦੇਸ਼ ਰਾਹੀਂ ਸਾਨੂੰ ਜੀਵਨ ਜਾਚ ਸਿਖਾਈ ਹੈ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ। ਅਗਲੀ ਵਿਚਾਰ ਆਪਾਂ ਅਗਲਾ ਜੋ ਸ਼ਬਦ ਇਸੇ ਨਾਲ ਜੁੜਦਾ ਹੈ, ਪੰਜਵੇਂ ਪਾਤਸ਼ਾਹ ਜੀ ਦਾ ਸਾ ਰੁੱਤ ਸੁਹਾਵੀ ਜੇ ਤੁਧ ਸੰਭਾਲੀ। ਸਾਡੇ ਵਾਸਤੇ ਉਹੀ ਦਿਨ ਚੰਗਾ ਹੈ, ਉਹੀ ਰੁੱਤ ਚੰਗੀ ਹੈ ਜਦੋਂ ਮਾਲਕ ਨੂੰ ਯਾਦ ਕਰਦੇ ਹਾਂ। ਸੋ ਕੰਮ ਸੁਹੇਲਾ ਜੋ ਤੇਰੀ ਘਾਲੀ, ਉਹੀ ਕੰਮ ਸਾਡਾ ਚੰਗਾ ਹੈ ਜੇ ਗੁਰੂ ਦੇ ਹੁਕਮਾਂ ਵਿੱਚ ਕੀਤਾ ਜਾਵੇ। ਸੋ ਰਿਦਾ ਸੁਹੇਲਾ ਜਿਸ ਰਿਦੇ ਤੂੰ ਬੁੱਠਾ, ਸਭਨਾ ਕੇ ਦਾਤਾਰਾ ਜੀਓ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਇਹ ਬਚਨ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਦੇ ਹਾਂ, ਬੋਲਦਿਆਂ ਨੇ ਇੱਕ ਆਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ